दिल्ली सरकार ने और यूपी सरकार ने पूरा जोर ला के यूपी ने उन्होंने आख दिता सी टकैत उन्होंने कि तुसी रात के 12 बजे तक चले जाओ तो नहीं तो असी तुहानू उठाल देना। लेकिन टकैत साहब ने इहो जी गल की, उन्हें बड़ा भावक हो के उन्हें कहा मैं जाना नहीं, भावें मैनू गोली मार दो, मैं गोली तो खा सकदा, मैं मर सकदा, लेकिन मैं वापस नहीं जाना। टकैत जी ने वालों कहा गया अपील की कि तुसीं साथ दवो किसानों का कि किसान जिहड़े किसानां नाल धक्का किया जा रहा वा। पुलिस आई, पुलिस आके धक्का करने की कोशिश करती है, चक्कण की उन्होंने कोशिश करती, कहते मैं फाहा ला लूँ जां गोली मार लूँ, भी मैं वापस नहीं जाना है। की कहना चाहुंदे? किसान अंदोलन नूं इदां फेल नहीं किया जा सकता झूठियां अफवाहां फैला के। इस तो बाद यही गल करके जिहड़े बहुत सारे लोग जिहड़े अपने घरां दे विच उन्हें जिसले और तक भी कहा भाई तेनू पानी तक नहीं मिलेगा, वो कहना मैनू पानी मेरे पिंड वाले लोग लै आउणगे। इस करके ये एक भावक हो के उहदे पिंड दे पानी नहीं लैके फिर ट्रैक्टर ट्रालियां लैके वो लोग जिहड़े सी वापस उत्थे आ गए। कोई सरकार नाल नहीं आडा हैगा साडा, इन्हां दे जिहड़े कानून लागू कीते साडा गल घुੱਟਣ ਲਈ ਉਹਦੇ ਵਿਰੋਧ ਵਿੱਚ ਅਸੀਂ ਬੈਠੇ ਹਾਂ। ना ये दोनों रुकना है ना ये दोनों झुकना है। बीजेपी ਦੇ ਆਈਟੀ ਸੈੱਲ ਦਾ ਜ਼ੋਰ ਲੱਗਿਆ ਪਿਆ ਵਾ ਇਸ ਅੰਦੋਲਨ ਨੂੰ ਵੀਕ ਕਰਨ ਦੇ ਲਈ। ਅਲੱਗ-ਅਲੱਗ ਤਰ੍ਹਾਂ ਦੀਆਂ ਫੋਟੋ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਝੰਡਿਆਂ ਦੀ ਗੱਲ ਕੀਤੀ ਜਾਂਦੀ ਆ ਜਾਂ ਤਿਰੰਗੇ ਦੀ ਗੱਲ ਕੀਤੀ ਜਾਂਦੀ, ਕਹਿੰਦੇ ਦੇਖੋ ਝੰਡੇ ਲਾਏ ਹੋਏ ਨੇ, ਤਿਰੰਗਾ ਝੰਡਾ ਨਹੀਂ ਦਾ। ਲੇਕਿਨ ਬਹੁਤ ਸਾਰੇ ਟਰੈਕਟਰ ਅਜੇ ਹਜ਼ਾਰਾਂ ਟਰੈਕਟਰ ਜਿਨ੍ਹਾਂ 'ਤੇ ਤਿਰੰਗਾ ਲੱਗਿਆ ਹੋਇਆ ਸੀਗਾ। ਇਸ ਬੀਜੇਪੀ ਦੇ ਆਈਟੀ ਸੈੱਲ ਨੂੰ ਕੀ ਕਹਿਣਾ ਚਾਹੁੰਦੇ ਹੋ? मैं कहना चाहुंदा भी लाल किला 26 तारीख ਨੂੰ ਉੱਥੇ ਪੁਲਿਸ ਹੈ ਹੀ ਕੋਈ ਨਹੀਂ ਸੀ। ਕਿਵੇਂ ਹਜ਼ਾਰਾਂ ਕੁਰਸੀਆਂ ਤੇ ਬੈਠੇ ਸੀ, ਕੁਰਸੀਆਂ ਤੇ ਬੈਠੇ ਸੀ, ਕਿਵੇਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਚਲੇ ਗਏ। ਕਿਸਾਨ ਲੀਡਰਾਂ ਨੇ ਸਪਸ਼ਟ ਕਹਿਤਾ ਵੀ ਸਾਨੂੰ ਇੱਦਾਂ ਦੇ ਜਿਹੜੇ ਨੋਟਿਸ ਜਾਂ ਇੱਦਾਂ ਦੇ ਦਬਕਿਆਂ ਨਾਲ ਅਸੀਂ ਡਰਨ ਵਾਲੇ ਨਹੀਂ। ਪਾਸਪੋਰਟਾਂ ਨੂੰ ਅਸੀਂ ਕੀ ਕਰਨਾ, ਪਾਸਪੋਰਟ ਅਸੀਂ ਤਾਂ ਐਜੀਟੇਸ਼ਨ ਕਰ ਰਹੇ ਸੀ ਜਾ ਕੇ ਲੰਡਨ ਐਜੀਟੇਸ਼ਨ ਥੋੜ੍ਹਾ ਕਰ, ਅਸੀਂ ਦਿੱਲੀ ਕਰਨੀ, ਅਸੀਂ ਅਮਰੀਕਾ ਨਹੀਂ ਕਰਨੀ। ਅਮਰੀਕਾ ਸਾਨੂੰ ਪਾਸਪੋਰਟ ਸਾਨੂੰ ਚਾਹੀਦੇ ਨਹੀਂ। ਜਿਹੜੀ ਸੰਘਰਸ਼ ਕਮੇਟੀ ਆ ਉਹਨਾਂ ਨੇ ਇੱਕ ਐਲਾਨ ਕੀਤਾ ਭਈ ਅਸੀਂ ਜੋ ਹੋਇਆ 26 ਤਾਰੀਖ ਨੂੰ ਮਾੜਾ ਹੋਇਆ, ਭਾਵੇਂ ਅਸੀਂ ਨਹੀਂ ਕੀਤਾ, ਸਾਡੇ ਵਿੱਚ ਔਰ ਸਾਡਾ ਕੋਈ ਰੋਲ, ਉਹਦੇ ਬਾਵਜੂਦ ਵੀ ਅਸੀਂ ਇਹਦਾ ਪਛਤਾਪ ਕਰਦੇ ਹਾਂ। ਉਹ ਪਛਤਾਪ ਕਰਨ ਲਈ ਕੱਲ੍ਹ 30 ਤਾਰੀਖ ਨੂੰ ਅਸੀਂ ਸਾਰੇ ਜਿੱਥੇ ਹਰ ਪਿੰਡ ਮਤਲਬ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਸਾਡੇ ਧਰਨੇ ਲੱਗੇ ਹੋਏ ਨੇ ਉੱਥੇ ਅਸੀਂ ਕੱਲ੍ਹ ਨੂੰ ਭੁੱਖ ਹੜਤਾਲ ਕਰਦੇ ਹਾਂ। ਇਹ ਐਵੇਂ ਪ੍ਰਾਪੇਗੰਡਾ ਕੀਤਾ ਜਾ ਰਿਹਾ। ਹਰਿਆਣੇ ਦੇ ਵਿੱਚ ਵੀ ਜੀ ਇਹ ਟੂਲ ਪਲਾਜ਼ਾ ਚਾਲੂ ਹੋ ਗਏ, ਕੋਈ ਟੂਲ ਪਲਾਜ਼ਾ ਹਰਿਆਣੇ 'ਚ ਵੀ ਚਾਲੂ ਨਹੀਂ ਹੋਇਆ। ਪਹਿਲਾਂ ਇੱਕ ਅੱਧੇ ਦਿਨ ਉਹਨੇ ਕੀਤੀ ਸੀ, ਮੁੜ ਕੇ ਕਿਸਾਨ ਫਿਰ ਉੱਥੇ ਹੀ ਆ ਗਏ। ਇੱਕੋ ਜਗ੍ਹਾ ਤੋਂ ਖਿੱਦਿਆ ਹੋਇਆ ਝੰਡਾ ਕਿਸੇ ਨੇ ਮਤਲਬ ਉਹਨਾਂ ਨੂੰ ਲਿਆ ਕੇ ਹੱਥਾਂ 'ਚ ਫੜਾ ਦਿੱਤਾ। ਉਹ ਅਲੱਗ-ਅਲੱਗ ਜਗ੍ਹਾ ਤੋਂ ਕੋਈ ਖਰੀਦ ਕੇ ਲੋਕ ਨਹੀਂ ਸੀ ਆਏ। ਉਹਨਾਂ ਲੋਕਾਂ ਨੂੰ ਦਿਹਾੜੀਦਾਰਾਂ ਨੂੰ ਉੱਥੇ ਖੜਾ ਕੀਤਾ ਗਿਆ ਕਿਸਾਨ ਅੰਦੋਲਨ ਦੇ ਖਿਲਾਫ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਕਿਸਾਨ ਅੰਦੋਲਨ ਹਲੇ ਉਸੇ ਤਰੀਕੇ ਨਾਲ ਹੀ ਚੱਲ ਰਿਹਾ ਜਿਸ ਤਰੀਕੇ ਨਾਲ ਪਹਿਲਾਂ ਚੱਲ ਰਿਹਾ ਸੀਗਾ। ਕਿਸਾਨ ਹਲੇ ਵੀ ਆਪਣੇ ਡਟੇ ਹੋਏ ਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ। ਲੇਕਿਨ ਬਹੁਤ ਸਾਰੇ ਲੋਕ ਅਫਵਾਹਾਂ ਫੈਲਾ ਰਹੇ ਨੇ ਕਿ ਕਿਸਾਨ ਅੰਦੋਲਨ ਵੀਕ ਹੋ ਗਿਆ, ਕੁਝ ਕਿਸਾਨ ਅਜੇ ਗਏ ਹੋਏ ਨੇ ਜੋ ਵਾਪਸ ਆ ਰਹੇ ਨੇ। ਲੇਕਿਨ ਅੱਜ ਅਸੀਂ ਅਸਲੀਅਤ ਦਿਖਾਵਾਂਗੇ ਤੁਹਾਨੂੰ ਕਿ ਕਿਸਾਨਾਂ ਦੀ ਅਸਲੀਅਤ ਕੀ ਹੈ, ਕਿ ਜਿਹੜੇ ਉੱਥੇ ਗਏ ਸੀਗੇ ਤਾਂ ਉੱਥੇ ਹੀ ਬੈਠੇ ਹੋਏ ਨੇ, ਹਲੇ ਵੀ ਕਿਸਾਨ ਅੰਦੋਲਨ ਉਸੇ ਤਰੀਕੇ ਦੇ ਨਾਲ ਸਟਰੋਂਗ ਕਰ ਰਹੇ ਨੇ। ਤਾਂ ਗੱਲਬਾਤ ਕਰਾਂਗੇ ਅਸੀਂ। ਬਾਪੂ ਜੀ, ਜਿੱਦਾਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਕਿਸਾਨ ਅੰਦੋਲਨ ਵੀਕ ਹੋ ਰਿਹਾ, ਵੀ ਕਿਸਾਨ ਜਿਹੜੇ ਗਏ ਸੀ ਵਾਪਸ ਆ ਰਹੇ ਨੇ ਟਰਾਲੀਆਂ ਲੈ ਕੇ, ਤਾਂ ਉਹ ਮੁੱਦੇ ਉੱਤੇ ਕੀ ਕਹਿਣਾ ਚਾਹੁੰਦੇ ਤੁਸੀਂ? ਇਹ ਬਿਲਕੁਲ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਕਿਉਂਕਿ ਉਹ ਜਿਹੜੇ ਵਾਪਸ ਆ ਰਹੇ ਨੇ ਉਹ ਸਿਰਫ 26 ਦੇ ਮਾਰਚ ਵਿੱਚ ਗਏ ਸੀ। ਜਿਹੜੇ 2 ਮਹੀਨਿਆਂ ਤੋਂ ਉੱਥੇ ਬੈਠੇ ਉਹ ਲਗਾਤਾਰ ਬੈਠੇ ਆ, ਉਹਨਾਂ 'ਚ ਹੋਰ ਵਾਧਾ ਹੋ ਰਿਹਾ। ਅਤੇ ਇਸ ਕਰਕੇ ਇਹ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਵੀ ਇਹ ਅੰਦੋਲਨ ਬੈਕ ਕਰ ਰਿਹਾ, ਲੇਕਿਨ ਬੈਕ ਨਹੀਂ ਹੋ ਰਿਹਾ, ਵੱਧ ਰਿਹਾ। ਕਿਉਂਕਿ ਕੱਲ੍ਹ ਦਿੱਲੀ ਦੇ ਵਿੱਚ ਜਿਹੋ ਜਿਹੀਆਂ ਜਿੱਦਾਂ ਕੱਲ੍ਹ ਪਰਸੋਂ ਇੱਕ ਸਿੰਘੂ ਬਾਰਡਰ ਦੇ ਉੱਤੇ ਦਿਖਾਇਆ ਕਿ ਜੀ ਲੋਕ ਜਿਹੜੇ ਇਹ ਕਹਿੰਦੇ ਆ ਵੀ ਤੁਸੀਂ ਇੱਥੋਂ ਆਪਣਾ ਟੈਂਟ ਚੱਕ ਕੇ ਚਲੇ ਜਾਓ, ਵਾਪਸ ਚਲੇ ਜਾਓ। ਲੇਕਿਨ ਇਹੋ ਜਿਹੀ ਗੱਲ ਨਹੀਂ ਸੀ। ਉਹ ਕਿ ਬੀਜੇਪੀ ਦੇ 24-25 ਤੋਂ ਬੰਦੇ ਤੋਂ ਵੱਧ ਨਹੀਂ ਸੀ, ਜੋ ਕਿਉਂਕਿ ਮੀਡੀਆ ਨੇ ਦਿਖਾ ਲਿਆ ਵੀ ਪਤਾ ਨਹੀਂ ਉਹ ਕਿੰਨੇ ਆ, ਲੇਕਿਨ 2 ਦਰਜਨ ਤੋਂ ਵੱਧ ਬੰਦੇ ਨਹੀਂ ਸੀ। ਤੁਸੀਂ ਅੰਦਾਜ਼ਾ ਲਾ ਲਓ ਵੀ 2 ਦਰਜਨ ਬੰਦਿਆਂ ਦੀ ਕੀ ਕੀਮਤ ਹੁੰਦੀ ਹੈ। ਅਜੇ ਹਰਿਆਣੇ ਵਾਲਿਆਂ ਨੇ ਕਿਸੇ ਨੇ ਵੀ, ਉਹ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਵਾਲੇ ਸੀ, ਕਿਸੇ ਨੇ ਵੀ ਅਜੇ ਤੱਕ ਉਹਨਾਂ ਨੂੰ ਕਦੇ ਵੀ ਜਾ ਕੇ ਨਹੀਂ ਕਿਹਾ ਵੀ ਤੁਸੀਂ ਉੱਠੋ ਜਾਂ ਸਾਡਾ ਕੋਈ ਤੁਹਾਡੇ ਨਾਲ ਮਤਭੇਦ, ਇਹੋ ਜਿਹੀ ਕੋਈ ਗੱਲ ਨਹੀਂ। अच्छा, दूसरी गल गाजीपुर बार्डर ते सी दिल्ली सरकार ने और यूपी सरकार ने पूरा जोर ला के यूपी ने उन्होंने आख दिता सी टकैत उन्होंने कि तुसी रात के 12 बजे तक चले जाओ
ਤੇ ਨਹੀਂ ਤਾਂ ਅਸੀਂ ਤੁਹਾਨੂੰ ਉਠਾਲ ਦੇਣਾ। ਲੇਕਿਨ ਟਕੈਤ ਸਾਹਿਬ ਨੇ ਇਹੋ ਜਿਹੀ ਗੱਲ ਕੀਤੀ, ਉਹਨੇ ਬੜਾ ਭਾਵਕ ਹੋ ਕੇ ਉਹਨੇ ਕਿਹਾ ਮੈਂ ਜਾਣਾ ਨਹੀਂ, ਭਾਵੇਂ ਮੈਨੂੰ ਗੋਲੀ ਮਾਰ ਦਿਓ, ਮੈਂ ਗੋਲੀ ਤਾਂ ਖਾ ਸਕਦਾ, ਮੈਂ ਮਰ ਸਕਦਾ, ਲੇਕਿਨ ਮੈਂ ਵਾਪਸ ਨਹੀਂ ਜਾਣਾ। ਇਸ ਤੋਂ ਬਾਅਦ ਇਹੀ ਗੱਲ ਕਰਕੇ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਤੁਰੇ। ਉਹਨੇ ਜਿਸ ਵੇਲੇ ਉਹਨੂੰ ਇੱਥੇ ਤੱਕ ਵੀ ਕਿਹਾ ਵੀ ਤੈਨੂੰ ਪਾਣੀ ਤੱਕ ਨਹੀਂ ਮਿਲੇਗਾ, ਉਹ ਕਹਿੰਦਾ ਮੈਨੂੰ ਪਾਣੀ ਮੇਰੇ ਪਿੰਡ ਵਾਲੇ ਲੋਕ ਲੈ ਆਉਣਗੇ। ਇਸ ਕਰਕੇ ਇਹ ਇੱਕ ਭਾਵਕ ਹੋ ਕੇ ਉਹਦੇ ਪਿੰਡ ਦੇ ਪਾਣੀ ਨਹੀਂ ਲੈ ਕੇ ਫਿਰ ਟਰੈਕਟਰ ਟਰਾਲੀਆਂ ਲੈ ਕੇ ਉਹ ਲੋਕ ਜਿਹੜੇ ਸੀ ਵਾਪਸ ਉੱਥੇ ਆ ਗਏ। ਮੁੜ ਕੇ ਉਹ ਜਿਹੜੀ ਪੁਲਿਸ ਸੀ ਰਾਤ ਨੂੰ 12 ਵਜੇ ਤੱਕ ਕਹਿਣ ਵਾਲੀ, ਉਹ ਸਾਰੀ ਜਿਹੜੀ ਸੀ ਉਹ ਵਾਪਸ ਚਲੇ ਗਏ। ਹੁਣ ਫਿਰ ਉਹਨਾਂ ਦਾ ਕੰਟਰੋਲ ਹੈ, ਗਾਜੀਪੁਰ ਬਾਰਡਰ ਤੇ ਵੀ ਕੰਟਰੋਲ ਹੈ ਕਿਸਾਨਾਂ ਦਾ, ਔਰ ਸਿੰਘੂ ਬਾਰਡਰ ਤੇ ਵੀ ਕਿਸਾਨਾਂ ਦਾ ਕੰਟਰੋਲ ਹੈ, ਟਿੱਕਰੀ ਬਾਰਡਰ ਤੇ ਵੀ ਕਿਸਾਨਾਂ ਦਾ ਕੰਟਰੋਲ ਹੈ। ਪਤਾ ਨਹੀਂ ਕਿੱਥੇ ਦਾ ਪ੍ਰਾਪੇਗੰਡਾ ਕਰੀਆ ਪਏ ਅੰਦੋਲਨ ਕਰ। ਲੇਕਿਨ ਹੁਣ ਅੰਦੋਲਨ ਪੰਜਾਬ ਤੋਂ ਵੀ ਵਾਪਸ ਟਰਾਲੀਆਂ ਜਾਣੀਆਂ ਸ਼ੁਰੂ ਹੋ ਗਈਆਂ, ਜਿਹੜੇ ਕਿ ਜਿਨ੍ਹਾਂ ਨੇ ਹੁਣ ਪੱਕੇ ਅੰਦੋਲਨ ਦੇ ਵਿੱਚ ਜਾਣਾ। ਹੁਣ ਦੂਸਰੀ ਅਗਲੀ ਗੱਲ ਹੈ ਤੁਹਾਡੇ ਸਾਹਮਣੇ ਹੀ ਆ, ਜੇ ਅੰਦੋਲਨ ਖਤਮ ਹੋਇਆ ਅਸੀਂ ਨਾ ਇੱਥੋਂ ਉੱਠ ਕੇ ਚਲੇ ਜਾਂਦੇ ਜਾਂ ਸਾਨੂੰ ਨਾ ਕੋਈ ਉਠਾਲ ਦਿੰਦਾ, ਅਸੀਂ ਵੀ ਇੱਥੇ ਬੈਠੇ। ਇਹ ਵੀ ਤਾਂ ਉਸ ਅੰਦੋਲਨ ਦਾ ਪਾਰਟ ਹੀ ਆ। ਇਹ ਐਵੇਂ ਪ੍ਰਾਪੇਗੰਡਾ ਕੀਤਾ ਜਾ ਰਿਹਾ। ਹਰਿਆਣੇ ਦੇ ਵਿੱਚ ਵੀ ਜੀ ਇਹ ਟੂਲ ਪਲਾਜ਼ੇ ਚਾਲੂ ਹੋ ਗਏ, ਕੋਈ ਟੂਲ ਪਲਾਜ਼ਾ ਹਰਿਆਣੇ 'ਚ ਵੀ ਚਾਲੂ ਨਹੀਂ ਹੋਇਆ। ਪਹਿਲਾਂ ਇੱਕ ਅੱਧੇ ਦਿਨ ਉਹਨੇ ਕੀਤੀ ਸੀ, ਮੁੜ ਕੇ ਕਿਸਾਨ ਫਿਰ ਉੱਥੇ ਹੀ ਆ ਗਏ ਕਿ ਚੂੜਨੀ ਸਾਹਿਬ ਨੇ ਮੁੜ ਕੇ ਲੋਕਾਂ ਨੂੰ ਅਪੀਲ ਕੀਤੀ, ਸਾਰੇ ਕਿਸਾਨ ਜਿਹੜੇ ਸੀ ਮੁੜ ਕੇ ਫਿਰ ਉਹਨਾਂ ਟੋਲ ਪਲਾਜ਼ਿਆਂ 'ਤੇ ਆ ਗਏ। ਟੋਲ ਪਲਾਜ਼ੇ ਫਿਰ ਸਾਰੇ ਫ੍ਰੀ ਕਰ ਦਿੱਤੇ। ਪ੍ਰਾਪੇਗੰਡਾ ਹੈ ਨਹੀਂ। ਸਰ ਤੁਹਾਡੇ ਨਾਲ ਗੱਲ ਕਰਦੇ ਹਾਂ। ਜਜ਼ਬਾ ਇੱਕ ਜਿਹੜਾ ਆ ਟਕੈਤ ਜੀ ਨੇ ਵੱਲੋਂ ਕਿਹਾ ਗਿਆ, ਅਪੀਲ ਕੀਤੀ ਕਿ ਤੁਸੀਂ ਸਾਥ ਦਿਓ ਕਿਸਾਨਾਂ ਦਾ, ਕਿ ਕਿਸਾਨ ਜਿਹੜੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਵਾ। ਪੁਲਿਸ ਆ ਕੇ ਧੱਕਾ ਕਰਨ ਦੀ ਕੋਸ਼ਿਸ਼ ਕਰਦੀ ਆ, ਚੱਕਣ ਦੀ ਉਹਨਾਂ ਨੂੰ ਕੋਸ਼ਿਸ਼ ਕਰਦੀ, ਕਹਿੰਦੇ ਮੈਂ ਫਾਹਾ ਲਾ ਲੂੰ ਜਾਂ ਗੋਲੀ ਮਾਰ ਲੂੰ, ਵੀ ਆ ਵਾਪਸ ਨਹੀਂ ਜਾਣਾ ਹੈਗਾ। ਕੀ ਕਹਿਣਾ ਚਾਹੁੰਦੇ ਸੀ? ਅਸੀਂ ਕਹਿਣਾ ਚਾਹੁੰਦੇ ਹਾਂ ਇਹ ਉਹਨੇ ਬਹੁਤ ਵਧੀਆ ਬੋਲੇ ਆ ਤੇ ਲੋਕਾਂ ਨੇ ਉਹਨਾਂ ਦੀ ਮਦਦ ਲਈ ਰਾਤੋਂ ਰਾਤ ਟਰਾਲੀਆਂ ਭਰ ਕੇ ਉੱਥੇ ਪਹੁੰਚ ਗਏ ਆ। ਕਿਸਾਨ ਅੰਦੋਲਨ ਨੂੰ ਇਦਾਂ ਫੇਲ ਨਹੀਂ ਕੀਤਾ ਜਾ ਸਕਦਾ ਝੂਠੀਆਂ ਅਫਵਾਹਾਂ ਫੈਲਾ ਕੇ। ਇਹ ਤਾਂ ਕਿਸਾਨ ਮਰਨ ਤੇ ਆਏ ਹੋਏ ਆ ਬਈ ਸਾਡੇ ਕੋਈ ਸਰਕਾਰ ਨਾਲ ਨਹੀਂ ਆਡਾ ਹੈਗਾ, ਸਾਡਾ ਇਹਨਾਂ ਦੇ ਜਿਹੜੇ ਕਾਨੂੰਨ ਲਾਗੂ ਕੀਤੇ ਸਾਡਾ ਗਲ ਘੁੱਟਣ ਲਈ, ਉਹਦੇ ਵਿਰੋਧ ਵਿੱਚ ਅਸੀਂ ਬੈਠੇ ਹਾਂ। ਗੱਲ ਕੀਤੀ ਜਾਵੇ ਟੋਲ ਪਲਾਜ਼ਾ ਦੀ, ਸਰ ਤੁਹਾਡੇ ਨਾਲ ਗੱਲ ਕਰਦੇ ਹਾਂ ਵੀ ਟੋਲ ਪਲਾਜ਼ੇ ਜਿਹੜੇ ਨੇ ਬੰਦ ਕਰਵਾਏ ਗਏ ਸੀਗੇ, ਕਿਸਾਨ ਬੈਠੇ ਸੀ, ਲੰਗਰ ਚਲਾਇਆ ਜਾ ਰਿਹਾ ਸੀਗਾ, ਤਾਂ ਪਾਣੀਪਤ ਦੇ ਜਿਹੜੇ ਟੋਲ ਪਲਾਜ਼ੇ ਤੇ ਲੰਗਰ ਚੱਲ ਰਿਹਾ ਸੀਗਾ, ਤਾਂ ਉਸ ਨੂੰ ਲੰਗਰ ਨੂੰ ਬੰਦ ਕਰਵਾ ਕੇ ਉਹਨਾਂ ਨੂੰ ਚੁਕਾ ਕੇ ਕਿਸਾਨਾਂ ਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਤੇ ਕੁਝ ਪਿੰਡ ਵਾਸੀ ਉੱਥੋਂ ਆਲੇ ਦੁਆਲੇ ਜਿਹੜੇ ਆਏ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਹਾਂ ਦੁਬਾਰਾ ਚਲਾਇਆ ਜਾਵੇ, ਲੇਕਿਨ ਪੁਲਿਸ ਨੇ ਜਿਹੜਾ ਆ ਜਾਣ ਬੁੱਝ ਕੇ ਜਿਹੜਾ ਉਸ ਨੂੰ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਕੀ ਕਹਿਣਾ ਚਾਹੁੰਦੇ? ਬੜੀ ਤਰਾਸਦੀ ਹੈ ਜੀ, ਕਿਸਾਨ ਔਰ ਜਵਾਨ ਨੂੰ ਇਹ ਸਰਕਾਰ ਦੇ ਮਤਲਬ ਨਿਕੰਮੇਪਣ ਨੇ ਆਮੋ ਸਾਹਮਣੇ ਖੜਾ ਕਰ ਦਿੱਤਾ। ਕਿਉਂਕਿ ਜਿਹੜਾ ਕਿਸਾਨ ਆ, ਜਵਾਨ ਆ, ਇਹਦਾ ਖੂਨ ਦਾ ਰਿਸ਼ਤਾ ਹੈ। ਕਿਤੇ ਤੇ ਭਰਾ ਆ ਅਸੀਂ, ਕਦੇ ਬਾਪ ਬੇਟਾ ਆ। ਜਵਾਨ ਵੀ ਸਾਡੇ ਜਿਹੜੇ ਕਿਸਾਨ ਵੀ ਬੜੀ ਵੱਡੀ ਇੱਕ ਖੇਡ ਖੇਡੀ ਜਾ ਰਹੀ ਹੈ ਸਰਕਾਰ ਵੱਲੋਂ। ਇਹ ਕਦੇ ਵੀ ਕਾਮਯਾਬ ਨਹੀਂ ਹੋਊਗੀ, ਕਿਉਂਕਿ ਕਿਸਾਨ ਤੇ ਜਵਾਨ ਦੋਵੇਂ ਇੱਕ ਦੂਜੇ ਤੋਂ ਬਿਨਾਂ ਅਧੂਰੇ ਨੇ। ਅਸੀਂ ਜੋ ਸਮਝਦੇ, ਜੋ ਅਸੀਂ ਵੇਖਿਆ, ਜੋ ਅੱਜ ਤੋਂ 50-60 ਸਾਲ ਪਹਿਲਾਂ ਨਾਅਰਾ ਆਇਆ ਸੀ ਜੈ ਜਵਾਨ ਜਾਗ ਕਿਸਾਨ, ਉਹ ਅੱਜ ਵੀ ਓਨੀ ਹੀ ਮਤਲਬ ਮਹੱਤਤਾ ਰੱਖਦਾ ਹੈ, ਅੱਜ ਵੀ ਓਨੀ ਸਾਰਥਕਤਾ ਹੈ ਉਸ ਨਾਅਰੇ ਦੀ ਜਿੰਨੀ ਉਦੋਂ ਸੀਗੀ। ਸੋ ਇਹ ਜਵਾਨ ਔਰ ਕਿਸਾਨ ਨੂੰ ਇਹ ਸਰਕਾਰ ਕਦੇ ਵੀ ਵੰਡ ਨਹੀਂ ਸਕਦੀ, ਜਿੰਨੀਆਂ ਮਰਜ਼ੀ ਘਿਨਾਉਣੀਆਂ ਚਾਲਾਂ ਚੱਲ ਲਵੇ। ਦੂਜੇ ਪਾਸੇ ਅੰਦੋਲਨ ਦੀ ਜੇ ਗੱਲ ਕਰੀਏ, ਨਾ ਇਹ ਅੰਦੋਲਨ ਰੁਕਣਾ ਹੈ, ਨਾ ਇਹ ਅੰਦੋਲਨ ਝੁਕਣਾ ਹੈ, ਕਿਉਂਕਿ ਇਹ ਜਿਹੜਾ ਸੰਯੁਕਤ ਮੋਰਚੇ ਵੱਲੋਂ ਇਸ ਵੇਲੇ ਅੰਦੋਲਨ ਚਲਾਇਆ ਜਾ ਰਿਹਾ, ਇਹ ਕਿਸਾਨਾਂ ਤੋਂ ਅੱਗੇ ਜਾ ਕੇ ਹਰ ਵਰਗ ਦਾ, ਹਰ ਜਾਤ ਦਾ, ਹਰ ਮਜ਼ਹਬ ਦਾ, ਹਰ ਧਰਮ ਦਾ ਇੱਕ ਧਰਮ ਬਣ ਗਿਆ। ਇਹ ਅੰਦੋਲਨ ਜਿਹੜਾ ਬੜੀ ਵੱਡੀ ਗੱਲ ਆ। ਇਹਨਾਂ ਨੇ ਜੋ ਕੁਛ ਕੀਤਾ ਉਸ ਦਿਨ ਸਾਰਾ ਕੁਛ ਸਰਕਾਰਾਂ ਕਰਦੀਆਂ ਕਰਾਉਂਦੀਆਂ ਹੁੰਦੀਆਂ, ਕੋਈ ਇਹ 'ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਵੀ, ਕਿਉਂਕਿ ਜੋ ਵੀ ਕੀਤਾ ਲੋਕ ਸਮਝ ਗਏ। ਸਾਡੇ ਜਿਹੜੇ ਸੰਯੁਕਤ ਮੋਰਚੇ ਦੇ ਲੀਡਰ ਨੇ, ਕਿਸਾਨ ਆਗੂ ਨੇ ਸਾਡੇ, ਉਹਨਾਂ ਨੇ ਉਸ ਸਥਿਤੀ ਨੂੰ ਬੜਾ ਹੀ ਵਧੀਆ ਢੰਗ ਨਾਲ ਸੰਭਾਲ ਲਿਆ। ਕੱਲ੍ਹ ਦੀ ਜਿਹੜੀ ਗੱਲ ਕਰਦੇ ਆ ਵੀ ਉੱਥੇ ਕੁਛ ਲੋਕ ਆ ਗਏ ਝੰਡੇ ਲੈ ਕੇ, ਤਿਰੰਗੇ, ਵੀ ਇਹ ਝੰਡੇ ਦਾ ਅਪਮਾਨ ਹੋਇਆ ਜੀ, ਤਿਰੰਗੇ ਦਾ ਅਸੀਂ ਸਹਿਣ ਨਹੀਂ ਕਰਾਂਗੇ, ਇਸ ਕਰਕੇ ਉੱਠ ਕੇ ਚਲੇ ਜਾਓ, ਤੁਸੀਂ ਗਦਾਰ ਹੋ, ਤੁਸੀਂ ਦੇਸ਼ ਧਰੋਹ ਹੋ। ਉਹਨਾਂ ਬੰਦਿਆਂ ਕੋਲੇ ਇੱਕੋ ਹੀ ਸੋਟੀ, ਇੱਕੋ ਹੀ ਝੰਡਾ, ਇੱਕੋ ਜਗ੍ਹਾ ਤੋਂ ਖਿੱਦਿਆ ਹੋਇਆ ਝੰਡਾ ਕਿਸੇ ਨੇ ਮਤਲਬ ਉਹਨਾਂ ਨੂੰ ਲਿਆ ਕੇ ਹੱਥਾਂ 'ਚ ਫੜਾ ਦਿੱਤਾ। ਉਹ ਅਲੱਗ-ਅਲੱਗ ਜਗ੍ਹਾ ਤੋਂ ਕੋਈ ਖਰੀਦ ਕੇ ਲੋਕ ਨਹੀਂ ਸੀ ਆਏ। ਉਹਨਾਂ ਲੋਕਾਂ ਨੂੰ, ਦਿਹਾੜੀਦਾਰਾਂ ਨੂੰ ਉੱਥੇ ਖੜਾ ਕੀਤਾ ਗਿਆ ਕਿਸਾਨ ਅੰਦੋਲਨ ਦੇ ਖਿਲਾਫ। ਸੋ ਕੱਲ੍ਹ ਉਸ ਦਾ ਜਵਾਬ ਦੇਣ ਲਈ ਸਾਡੇ ਕਿਸਾਨ ਆਗੂਆਂ ਨੇ ਸਮੁੱਚੀ ਅਗਵਾਈ ਦੇ ਵਿੱਚ 25 ਕਿਲੋਮੀਟਰ ਉੱਥੇ ਬਾਰਡਰ 'ਤੇ ਤਿਰੰਗਾ ਯਾਤਰਾ ਕੀਤੀ ਗਈ ਹੈ।
ਉਹੀ ਯਾਤਰਾ ਬਾਅਦ 'ਚ ਉਹੀ ਪ੍ਰੋਪੇਗੈਂਡਾ ਜਿਹੜਾ ਬਾਅਦ 'ਚ ਦਿਖਾਇਆ ਹੀ ਨਹੀਂ ਗਿਆ ਹੈਗਾ ਵੀ ਤਿਰੰਗਾ ਮਾਰਚ ਕੀਤਾ ਗਿਆ, ਹੋਰ ਬਾਕੀ ਸਭ ਕੁਝ ਦਿਖਾਤਾ ਹੀ ਗੋਦੀ ਮੀਡੀਆ ਨੇ। ਸਾਹੀਂ ਬੜੇ ਧੰਨਵਾਦੀ ਆ ਸਾਰਾ ਹੀ ਮੀਡੀਆ ਦੇ ਸਾਰੇ ਦੇ, ਕਿਉਂਕਿ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਹੈ ਚਾਹੇ ਉਹ ਪ੍ਰਿੰਟ ਮੀਡੀਆ ਹੈ, ਵੀ ਨਹੀਂ ਇਸ ਤਰ੍ਹਾਂ ਨਾ ਕਰੋ। ਇਹ ਕਿਸੇ ਸਰਕਾਰ ਦੇ ਖਿਲਾਫ ਲੜਾਈ ਨਹੀਂ ਗਈ, ਇਹ ਕਿਸੇ ਮਜ਼ਹਬ ਦੇ ਖਿਲਾਫ ਨਹੀਂ ਗਈ, ਇਹ ਕਿਸੇ ਜਾਤ ਦੇ ਖਿਲਾਫ ਨਹੀਂ ਗਈ। ਇਹ ਲੜਾਈ ਜਿਹੜੀ ਹੈਗੀ ਆ ਉਹ 4 ਕਾਨੂੰਨਾਂ ਦੇ ਖਿਲਾਫ ਆ, ਜਿਹੜੇ ਕਿ ਹਿੰਦੁਸਤਾਨ ਦੀ ਮਤਲਬ ਤਬਾਹੀ ਦਾ ਕਾਰਨ ਬਣ ਜਾਣਗੇ ਆਉਣ ਵਾਲੇ ਦਿਨਾਂ ਵਿੱਚ। ਸੋ ਸੁਹਿਰਦ ਹੋ ਕੇ ਅਸੀਂ ਇਹੋ ਕਹਿੰਦੇ ਹਾਂ ਵੀ ਹਰ ਇੱਕ ਨੂੰ ਇਸ ਅੰਦੋਲਨ ਦੇ ਨਾਲ ਅੱਗੇ ਨੂੰ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਦੇਸ਼ ਦੀ ਇਸੇ ਵਿੱਚ ਮਜ਼ਬੂਤੀ ਆ, ਇਸੇ ਵਿੱਚ ਸਾਡੇ ਸਟੇਟਾਂ ਦੀ ਮਜ਼ਬੂਤੀ ਆ, ਇਸੇ ਵਿੱਚ ਸਾਡੇ ਮਤਲਬ ਜਿਹੜਾ ਭਾਈਚਾਰਾ ਹੈ ਉਹਦੀਆਂ ਹੋਰ ਜਿਹੜੀਆਂ ਤੰਦਾਂ ਪੀੜ੍ਹੀਆਂ ਹੋਣਗੀਆਂ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਕਿਸਾਨ ਅੰਦੋਲਨ ਜਿਹੜਾ ਕਿ ਜਨ ਅੰਦੋਲਨ ਬਣ ਗਿਆ, ਜਿਹੜੀ ਇਹਦੀ ਖੂਬਸੂਰਤੀ ਰਹੀ ਆ ਵੀ ਸ਼ਾਂਤੀ ਮਈ ਰਿਹਾ। ਕਿਸਾਨਾਂ ਦਾ ਅੰਦੋਲਨ ਬਿਲਕੁਲ ਹੀ ਹਿੰਸਕ ਨਹੀਂ ਹੋਇਆ, ਉਹ ਹਿੰਸਾ ਕਰਨ ਵਾਲੇ ਲੋਕ ਹੋਰ ਸੀਗੇ। ਸਾਰਿਆਂ ਦੇ ਸਾਹਮਣੇ ਇਹੋ ਜਿਹੀ ਆ ਗਿਆ ਪਿਕਚਰ ਬਿਲਕੁਲ ਕਲੀਅਰ ਹੋ ਰਹੀ ਆ ਕਿ ਇਹਨਾਂ ਦਾ ਥਾਪੜਾ ਸੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਇਹਦੇ ਵਿੱਚ ਪਾਰਟ ਪਲੇ ਕੀਤਾ। ਸੋ ਇਸ ਵੇਲੇ ਕਿਸੇ ਨੂੰ ਵਰਗਲਾਇਆ ਨਹੀਂ ਜਾ ਸਕਦਾ, ਕਿਸੇ ਭੰਬਲ ਭੂਸੇ ਵਿੱਚ ਨਹੀਂ ਪਾਇਆ ਜਾ ਸਕਦਾ। ਸੋ ਮੀਡੀਆ ਦਾ ਵੀ ਅਸੀਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨੂੰ ਪੋਜ਼ਿਟਿਵਲੀ ਲਿਆ, ਇਸ ਕਰਕੇ ਕਿਉਂ ਸੱਚ ਨਾਲ ਖੜਾ ਹੈ ਮੀਡੀਆ ਇਸ ਵੇਲੇ, ਝੂਠੇ ਲੋਕਾਂ ਨਾਲ ਨਹੀਂ ਖੜਾ। ਸੋ ਸਾਰੇ ਮੀਡੀਆ ਵਾਲਿਆਂ ਦਾ ਤੁਹਾਡਾ ਵੀ ਉਹਦੇ ਵਿੱਚ ਸਤਿਕਾਰ ਮਾਣ ਸਾਡੇ ਵੱਲੋਂ ਬਹਾਰ ਰਹੂਗਾ ਔਰ ਤੁਹਾਡਾ ਧੰਨਵਾਦ ਆ। ਜੈ ਜਵਾਨ ਜੈ ਕਿਸਾਨ। ਤੁਹਾਡੇ ਨਾਲ ਗੱਲ ਕਰਦੇ ਹਾਂ, ਬੀਜੇਪੀ ਦੇ ਆਈਟੀ ਸੈੱਲ ਦਾ ਜ਼ੋਰ ਲੱਗਿਆ ਪਿਆ ਵਾ ਇਸ ਅੰਦੋਲਨ ਨੂੰ ਵੀਕ ਕਰਨ ਦੇ ਲਈ। ਅਲੱਗ-ਅਲੱਗ ਤਰ੍ਹਾਂ ਦੀਆਂ ਫੋਟੋਆਂ ਵਾਇਰਲ ਕੀਤੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਝੰਡਿਆਂ ਦੀ ਗੱਲ ਕੀਤੀ ਜਾਂਦੀ ਆ ਜਾਂ ਤਿਰੰਗੇ ਦੀ ਗੱਲ ਕੀਤੀ ਜਾਂਦੀ, ਕਹਿੰਦੇ ਦੇਖੋ ਝੰਡੇ ਲਾਏ ਹੋਏ ਨੇ, ਤਿਰੰਗਾ ਝੰਡਾ ਨਹੀਂ ਦਾ। ਲੇਕਿਨ ਬਹੁਤ ਸਾਰੇ ਟਰੈਕਟਰ ਅਜੇ ਹਜ਼ਾਰਾਂ ਟਰੈਕਟਰ ਕਿੰਨੇ ਤਿਰੰਗਾ ਲੱਗਿਆ ਹੋਇਆ ਸੀਗਾ। ਇਸ ਬੀਜੇਪੀ ਦੇ ਆਈਟੀ ਸੈੱਲ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ ਬੀਜੇਪੀ ਦੇ ਆਈਟੀ ਸੈੱਲ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਈਟੀ ਸੈੱਲ ਰਾਹੀਂ ਇਸ ਮੂਵਮੈਂਟ ਨੂੰ ਕਿਸਾਨ ਦੀ ਅੰਦੋਲਨ ਨੂੰ ਫੇਲ ਕਰਨ ਲਈ ਉਹਨੇ ਤਰ੍ਹਾਂ ਦੇ ਜਿਹੜੇ ਨਾ ਹੱਥਕੰਡੇ ਵਰਤੇ। ਔਰ ਇਹ ਜਿਹੜਾ ਪ੍ਰੋਗਰਾਮ ਜੋ ਬੀਜੇਪੀ ਨੇ ਜਾਂ ਸਰਕਾਰ ਨੇ ਕੀਤਾ ਉਹ ਸਾਰੇ ਇੱਕ ਹਿੱਸੇ ਦੇ ਸਾਰੇ ਪਾਰਟ ਬਣਦੇ। ਜਿਵੇਂ ਹੁਣ ਤੁਸੀਂ ਕਹਿੰਦੇ ਵੀ 26 ਤਾਰੀਖ ਨੂੰ ਲਾਲ ਕਿਲ੍ਹੇ ਦੇ ਵਿੱਚ ਜਾ ਕੇ ਕਿਸਾਨ ਚਲੇ ਗਏ। ਮੈਂ ਕਹਿਣਾ ਚਾਹੁੰਦਾ ਵੀ ਲਾਲ ਕਿਲ੍ਹਾ 26 ਤਾਰੀਖ ਨੂੰ ਉੱਥੇ ਪੁਲਿਸ ਹੈ ਹੀ ਕੋਈ ਨਹੀਂ ਸੀ, ਕਿਵੇਂ ਹਜ਼ਾਰਾਂ ਕੁਰਸੀਆਂ ਤੇ ਬੈਠੇ ਸੀ, ਕੁਰਸੀਆਂ ਤੇ ਬੈਠੇ ਸੀ, ਕਿਵੇਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਕਿਸਾਨ ਚਲੇ ਗਏ। ਇਸ ਕਰਕੇ ਕਿਸਾਨ ਉਹ ਆਪਣਾ ਜਿਹੜਾ ਗਰੁੱਪ ਸੀ ਉਹਨਾਂ ਨੂੰ ਆਪਣੇ ਤੌਰ ਤੇ ਪ੍ਰਵੇਸ਼ ਕੀਤਾ ਗਿਆ। ਔਰ ਜਿਹੜੇ ਕਿਸਾਨ ਜਾਂ ਜਿਹੜੇ ਸੋ ਕਾਲਡ ਉਹਨਾਂ ਦੇ ਬੰਦੇ ਸੀ ਉਹ ਜਦੋਂ ਲਾਲ ਕਿਲ੍ਹੇ ਦੇ ਉੱਤੇ ਚੜ੍ਹ ਰਹੇ ਸੀ, ਪੁਲਿਸ ਵਾਲੇ ਕੁਰਸੀਆਂ ਤੇ ਬੈਠੇ ਸੀ, ਉਹਨਾਂ ਨੂੰ ਦੇਖ ਰਹੇ ਸੀ, ਉਹਨਾਂ ਨੂੰ ਰੋਕ ਨਹੀਂ ਸੀ ਰਹੇ। ਜਦੋਂ ਉੱਤੇ ਉਹ ਚਲੇ ਗਏ ਕੀਤਾ, ਬਾਅਦ ਦੇ ਵਿੱਚ ਉਹਨਾਂ ਨੇ ਖਪਖਾਨਾ ਪਾਇਆ। ਪਹਿਲਾਂ ਤਾਂ ਇੱਕ ਇਹ ਪਾਰਟ ਸੀ। ਦੂਸਰੀ ਗੱਲ, ਉਹਨੂੰ ਸਾਡੇ ਇਹ ਆਈਟੀ ਸੈੱਲ ਰਾਹੀਂ ਬਦਨਾਮ ਕੀਤਾ ਜਾ ਰਿਹਾ। ਤੀਸਰਾ, ਸਾਡੇ ਕਿਸਾਨਾਂ ਦੇ ਉੱਤੇ ਮੁਕੱਦਮੇ ਬਣਾ ਕੇ ਉਹਨਾਂ ਦੇ ਪਾਸਪੋਰਟ ਜ਼ਬਤ ਕੀਤੇ ਜਾ ਰਹੇ, ਉਹਨੂੰ ਡਰਾਇਆ ਧਮਕਾਇਆ ਜਾ ਰਿਹਾ। ਕਿਸਾਨ ਲੀਡਰਾਂ ਨੇ ਸਪਸ਼ਟ ਕਹਿ ਦਿੱਤਾ ਵੀ ਸਾਨੂੰ ਇੱਦਾਂ ਦੇ ਜਿਹੜੇ ਨੋਟਿਸ ਜਾਂ ਇੱਦਾਂ ਦੇ ਦਬਕਿਆਂ ਨਾਲ ਅਸੀਂ ਡਰਨ ਵਾਲੇ ਨਹੀਂ। ਪਾਸਪੋਰਟਾਂ ਨੂੰ ਅਸੀਂ ਕੀ ਕਰਨਾ, ਪਾਸਪੋਰਟ ਅਸੀਂ ਤਾਂ ਐਜੀਟੇਸ਼ਨ ਕਰ ਰਹੇ ਸੀ ਜਾ ਕੇ ਲੰਡਨ, ਐਜੀਟੇਸ਼ਨ ਥੋੜ੍ਹਾ ਕਰ, ਅਸੀਂ ਦਿੱਲੀ ਕਰਨੀ, ਅਸੀਂ ਅਮਰੀਕਾ ਨਹੀਂ ਕਰਨੀ। ਅਮਰੀਕਾ ਸਾਨੂੰ ਪਾਸਪੋਰਟ ਸਾਨੂੰ ਚਾਹੀਦੇ ਨਹੀਂ, ਸਾਨੂੰ ਪਾਸਪੋਰਟਾਂ ਦੀ ਲੋੜ ਹੀ ਨਹੀਂ। ਅਸੀਂ ਤਾਂ ਲੜਾਈ ਲਈ ਲੜ ਰਹੇ ਹਾਂ। ਅਸੀਂ ਆਪਣੇ ਕਾਨੂੰਨ ਜਿਹੜੇ ਨਾ ਉਹ ਤਿੰਨੋਂ ਹੀ ਵਾਪਸ ਕਰਾਉਣੇ ਆ, ਔਰ ਜਿਹੜੇ ਆਰਡੀਨੈਂਸ ਜਿਹੜੇ ਕਿਰਾਏ ਉਹ ਅਸੀਂ ਵਾਪਸ ਕਰਾਉਣੇ। ਸਾਨੂੰ ਪਾਸਪੋਰਟਾਂ ਦੀ ਜ਼ਰੂਰਤ ਨਹੀਂ, ਬੇਸ਼ੱਕ ਆਪਣੇ ਕੋਲ ਰੱਖ ਲਓ। ਅਗਲੀ ਗੱਲ ਹੈ, ਇਸ ਐਜੀਟੇਸ਼ਨ ਦਾ ਪਾਰਟ ਹੀ ਆ, ਕਿਉਂਕਿ ਜੋ ਅਸੀਂ ਨਹੀਂ ਕੀਤਾ ਜਾਂ ਕਿਸਾਨ ਜਿਹੜੀ ਸੰਘਰਸ਼ ਕਮੇਟੀ ਆ ਉਹਨਾਂ ਨੇ ਇੱਕ ਐਲਾਨ ਕੀਤਾ ਭਈ ਅਸੀਂ ਜੋ ਹੋਇਆ 26 ਤਾਰੀਖ ਨੂੰ ਮਾੜਾ ਹੋਇਆ, ਭਾਵੇਂ ਅਸੀਂ ਨਹੀਂ ਕੀਤਾ, ਸਾਡੇ ਵਿੱਚ ਔਰ ਸਾਡਾ ਕੋਈ ਰੋਲ, ਉਹਦੇ ਬਾਵਜੂਦ ਵੀ ਅਸੀਂ ਇਹਦਾ ਪਛਤਾਪ ਕਰਦੇ ਹਾਂ। ਉਹ ਪਛਤਾਪ ਕਰਨ ਲਈ ਕੱਲ੍ਹ 30 ਤਾਰੀਖ ਨੂੰ ਅਸੀਂ ਸਾਰੇ ਜਿੱਥੇ ਹਰ ਪਿੰਡ ਮਤਲਬ ਇਲਾਕੇ ਦੇ ਵਿੱਚ ਜਿੱਥੇ ਸਾਡੇ ਧਰਨੇ ਲੱਗੇ ਹੋਏ ਨੇ ਉੱਥੇ ਅਸੀਂ ਕੱਲ੍ਹ ਨੂੰ ਭੁੱਖ ਹੜਤਾਲ ਕਰ ਰਹੇ ਹਾਂ। ਅਖੀਰਲਾ ਕੁਐਸਚਨ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਦੇ ਜੋ ਵਾਸੀ ਨੇ ਜੋ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਨੇ, ਜਾਂ ਪੰਜਾਬ ਦੇ ਵਾਸੀ ਜੋ ਦੇਖ ਰਹੇ ਨੇ ਇਸ ਸੰਘਰਸ਼ ਨੂੰ, ਜਾਂ ਹੋਰ ਕਈ ਸਟੇਟਾਂ ਦੇ ਲੋਕ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਸ ਅੰਦੋਲਨ ਦੇ ਲਈ? ਦੇਖੋ, ਗੱਲ ਇਹ ਵੀ ਹੁਣ ਹਿੰਦੁਸਤਾਨ ਅੱਜ ਤੁਹਾਨੂੰ ਪਤਾ ਵੀ ਕੱਲ੍ਹ ਬੰਗਾਲ ਦੀ ਸਰਕਾਰ ਨੇ ਵੀ ਉਹ ਜਿਹੜਾ ਇਹਨਾਂ ਦੇ ਐਕਟ ਕਾਨੂੰਨਾਂ ਦੇ ਖਿਲਾਫ ਉਹਨਾਂ ਨੇ ਵੀ ਮਤਾ ਪਾਸ ਕਰ, ਔਰ ਪਹਿਲੀ ਵਾਰੀ ਔਰ ਉੱਥੇ ਜਿਹੜੀ ਮਮਤਾ ਬੈਨਰਜੀ ਦੀ ਸਰਕਾਰ ਹੈ ਉਹਦੇ ਕਮਿਊਨਿਸਟ ਪਾਰਟੀਆਂ ਨੇ, ਕਾਂਗਰਸ ਨੇ ਵੀ ਉੱਥੇ ਮਤੇ ਦੇ ਹੱਕ ਦੇ ਵਿੱਚ ਵੋਟ ਪਾਈ।
ਇਹ ਕੋਈ ਛੋਟੀ ਜਿਹੀ ਗੱਲ ਨਹੀਂ। ਇਹਦਾ ਮਤਲਬ ਪੰਜਾਬ ਦਾ ਅੰਦੋਲਨ ਨਹੀਂ, ਇਹ ਮਤਲਬ ਉਹਦੇ ਬਾਅਦ ਇਹ ਪੰਜਾਬ ਦਾ ਅੰਦੋਲਨ ਨਹੀਂ ਔਰ ਹਰਿਆਣੇ ਦਾ ਅੰਦੋਲਨ ਨਹੀਂ, ਇਹ ਹੁਣ ਬੰਗਾਲ ਵੀ ਇਹਦੇ 'ਚ ਆ ਗਿਆ, ਬਿਹਾਰ ਵੀ ਆ ਗਿਆ, ਯੂਪੀ ਵੀ ਆ ਗਿਆ। ਔਰ ਅੱਜ ਤੁਹਾਨੂੰ ਪਤਾ ਵੀ ਰਾਸ਼ਟਰਪਤੀ ਦਾ ਜਿਹੜਾ ਤੁਹਾਡਾ ਰਾਸ਼ਟਰਪਤੀ ਦਾ ਅੱਜ ਸੰਬੋਧਨ ਹੈ ਪਾਰਲੀਮੈਂਟ ਨੂੰ, ਉਹਦੇ ਵਿੱਚ 18 ਵਿਰੋਧੀ ਪਾਰਟੀਆਂ ਜਿਹੜੀਆਂ ਉਹਨਾਂ ਨੇ ਉਹਦਾ ਬਾਈਕਾਟ ਕਰ ਦਿੱਤਾ, ਜਿਹਦੇ ਵਿੱਚ ਸ਼ਿਵ ਸੈਨਾ ਵੀ ਹੈ, ਜਿਹਦੇ ਵਿੱਚ ਤਾਮਿਲਨਾਡੂ ਵਾਲੇ ਵੀ ਹੈ, ਜਿਹਦੇ ਵਿੱਚ ਪੰਜਾਬ ਵਾਲੇ ਵੀ, ਅਕਾਲੀ ਦਲ ਵੀ ਹੈ, ਜਿਹਦੇ ਵਿੱਚ ਮਮਤਾ ਬੈਨਰਜੀ ਵੀ ਹੈ, ਜਿਹਦੇ ਵਿੱਚ ਯੂਪੀ ਵਾਲੇ ਅਖਿਲੇਸ਼ ਯਾਦਵ ਵੀ ਹੈ, ਜਿਹਦੇ ਵਿੱਚ ਮਾਇਆਵਤੀ ਵੀ ਹੈ। ਔਰ ਇਹਦਾ ਮਤਲਬ ਹੈ ਵੀ ਇਹ ਅੰਦੋਲਨ ਜਿਹੜਾ ਹੁਣ ਇਕੱਲਾ ਨਹੀਂ ਪੂਰੇ ਦੇਸ਼ ਦਾ ਬਣ ਗਿਆ, ਅਤੇ ਅਸੀਂ ਤਾਂ ਪਹਿਲੇ ਦਿਨ ਤੋਂ ਇਕੱਲੇ ਦੇਸ਼ ਦਾ ਨਹੀਂ, ਇਹ ਤਾਂ ਸਾਰੇ ਦੁਨੀਆ ਦਾ ਅੰਦੋਲਨ ਬਣ ਚੁੱਕਾ ਹੈ, ਇਹ ਜਨ ਅੰਦੋਲਨ ਬਣ ਚੁੱਕਾ ਹੈ। ਇਸ ਕਰਕੇ ਕਿਸਾਨਾਂ ਦੇ ਇਹਦੀ ਜਿੱਤ ਹੋਏਗੀ, ਚਾਹੇ ਸਰਕਾਰ ਕਿੱਦਾਂ ਦੇ ਵੀ ਦਾਅ ਪੇਚ ਖੇਡ ਲਵੇ। ਲੜਾਈ ਦੇ ਵਿੱਚ ਕਈ ਵਾਰੀ ਥੋੜ੍ਹਾ ਅੱਗੇ ਹੋਣਾ ਹੁੰਦਾ, ਥੋੜ੍ਹਾ ਪਿੱਛੇ ਪੈਣਾ, ਇਹ ਦਾਅ ਪੇਚ ਹੈ ਨਾ, ਉਹ ਵੀ ਕਰਦੇ, ਲੇਕਿਨ ਅਸੀਂ ਵੀ ਉਹਦੇ ਮੁਕਾਬਲੇ ਚੱਲਾਂਗੇ, ਅਸੀਂ ਵੀ ਉਹਦੇ ਮੁਤਾਬਕ ਆਪਣੇ ਦਾਅ ਪੇਚ ਬਦਲਾਂਗੇ ਜਿਹੜੀ ਲੋੜ, ਲੇਕਿਨ ਅਸੀਂ ਉਹਨਾਂ ਚਿਰ ਇਹ ਸੰਘਰਸ਼ ਨੂੰ ਜਾਰੀ ਰੱਖਣਾ ਜਿੰਨਾ ਚਿਰ ਅਸੀਂ 3 ਕਾਨੂੰਨ ਜਿਹੜੇ ਉਹ ਵਾਪਸ ਨਹੀਂ ਕਰਾ ਲੈਂਦੇ। ਬਹੁਤ ਬਹੁਤ ਧੰਨਵਾਦ ਜੀ। ਸੋ ਅਸੀਂ ਵੀ ਤੁਹਾਨੂੰ ਅਪੀਲ ਕਰਾਂਗੇ ਕਿ ਅਫਵਾਹਾਂ ਦੇ ਉੱਤੇ ਵਿਸ਼ਵਾਸ ਨਾ ਕਰੋ, ਅੰਦੋਲਨ ਉਸੇ ਤਰ੍ਹਾਂ ਬਰਕਰਾਰ ਹੈ ਜਿਸ ਤਰ੍ਹਾਂ ਪਹਿਲਾਂ ਸਟਾਰਟ ਹੋਇਆ ਸੀ, ਤਾਂ ਉਸੇ ਤਰ੍ਹਾਂ ਹੀ ਨੰਬਰਿੰਗ ਵੀ ਕਿਸਾਨਾਂ ਦੀ ਓਨੀ ਹੋਈ ਹੈ, ਕੋਈ ਘਟਿਆ ਨਹੀਂ ਹੈ, ਕੋਈ ਟਰਾਲੀ ਵਾਪਸ ਨਹੀਂ ਆ ਰਹੀ। ਅਗਰ ਕੋਈ ਟਰਾਲੀ ਵਾਪਸ ਆ ਰਹੀ ਹੈ ਤਾਂ ਉਹ ਨੇ ਜੋ 4-4 5-5 ਟਰਾਲੀਆਂ ਗਈਆਂ ਸੀ ਉਹਦੇ 'ਚ ਤਾਂ ਵੀ ਕੋਈ ਇੱਕ ਅੱਧੀ ਟਰਾਲੀ ਕੋਈ ਵਾਪਸ ਆ ਰਹੀ ਹੈ, ਤਾਂ ਉਹ ਵੀ ਵਾਪਸ ਦੁਬਾਰਾ ਦਿੱਲੀ ਵੱਲ ਨੂੰ ਜਾ ਰਹੇ ਨੇ। ਸੋ ਲਗਾਤਾਰ ਜਿਹੜੇ ਅੰਦੋਲਨ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਨੰਬਰਿੰਗ ਦੇ ਵਿੱਚ ਟਰੈਕਟਰ ਜਿਹੜੇ ਆ ਵਾਪਸ ਜਿਹੜਾ ਦਿੱਲੀ ਵੱਲ ਨੂੰ ਜਾ ਰਹੇ ਨੇ। ਔਰ ਉਮੀਦ ਕੀਤੀ ਜਾ ਰਹੀ ਕਿ ਜਲਦੀ ਤੋਂ ਜਲਦੀ ਜਿਹੜੀ ਹੈ ਇਸ ਕਿਸਾਨ ਅੰਦੋਲਨ ਨੂੰ ਜਿੱਤ ਪ੍ਰਾਪਤ ਹੋਊਗੀ ਤੇ ਕਾਲੇ ਕਾਨੂੰਨ ਜਿਹੜੇ ਹੈ ਵਾਪਸ ਲਏ ਜਾਣਗੇ। ਸੋ ਵਧੇਰੀ ਅਪਡੇਟਸ ਸੀ ਜੁੜੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਤੋਂ ਮੈਂ ਤੁਹਾਡੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।